हाँ जी, तो नैक्सट साडा चैप्टर नंबर 8 ਦੇ ਵਿੱਚ ਹੁਣ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਇਨਹੈਰੀਟੈਂਸ। ਹਾਲਾਂਕਿ ਇਨਹੈਰੀਟੈਂਸ ਆਪਣੇ ਆਪ ਦੇ ਵਿੱਚ ਵੀ ਇੱਕ ਲੌਂਗ ਕੁਐਸਚਨ ਹੈ, ਇਨਹੈਰੀਟੈਂਸ ਐਂਡ ਇਨਹੈਰੀਟੈਂਸ ਟਾਈਪਸ। ਬਟ ਇੱਥੇ ਤੁਹਾਨੂੰ ਕਿਸੇ ਦੇ ਨਾਲ ਪਾਰਟ ਬਣ ਕੇ ਵੀ ਆ ਸਕਦਾ ਸਿੰਪਲ ਇਨਹੈਰੀਟੈਂਸ ਕਲੀਅਰ, ਯਾਨੀ ਟਾਈਪਸ ਬਾਰੇ ਅਲੱਗ-ਅਲੱਗ ਵੀ ਤੁਹਾਨੂੰ ਕਿਸੇ ਵੀ ਟਾਈਪ ਬਾਰੇ ਪੁੱਛਿਆ ਜਾ ਸਕਦਾ। ਤਾਂ ਇਨਹੈਰੀਟੈਂਸ ਕੀ ਹੈ? ਇਨਹੈਰੀਟੈਂਸ ਹੁੰਦਾ ਕਿ ਜਦੋਂ ਕਿਸੇ ਏ ਕਲਾਸ ਆ, ਕੋਈ ਏ ਕਲਾਸ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਬੀ ਕਲਾਸ ਯੂਜ਼ ਕਰਨਾ ਚਾਹੁੰਦੀ ਹੈ, ਤਾਂ ਅਸੀਂ ਕਦੇ ਵੀ ਦੂਜੀ ਕਲਾਸ ਨੂੰ ਯੂਜ਼ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ ਸੀ। ਪਰ ਜੇਕਰ ਤੁਹਾਡੀ ਏ ਕਲਾਸ ਨੂੰ ਬੀ ਕਲਾਸ ਇਨਹੈਰਿਟ ਕਰ ਲੇ ਤਾਂ ਏ ਦੇ ਮੈਂਬਰਸ ਨੂੰ ਵੀ ਬੀ ਕਲਾਸ ਯੂਜ਼ ਕਰ ਸਕਦੀ ਹੈ। ਇਸ ਨੂੰ ਅਸੀਂ ਬੋਲਾਂਗੇ ਇਨਹੈਰੀਟੈਂਸ। ਤਾਂ ਇਨਹੈਰੀਟੈਂਸ ਦਾ ਜਿਹੜਾ ਮੇਨ ਕੰਮ ਹੈ ਉਹ ਰੀਯੂਜ਼ੇਬਿਲਟੀ ਹੀ ਹੈ ਕਿ ਇਨਹੈਰੀਟੈਂਸ ਸਾਨੂੰ ਰੀਯੂਜ਼ੇਬਿਲਟੀ ਸਪੋਰਟ ਕਰਵਾਉਂਦੀ ਹੈ, ਰੀਯੂਜ਼ੇਬਿਲਟੀ ਪ੍ਰੋਵਾਈਡ ਕਰਵਾਉਂਦੀ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਜਿਹੜੀ ਆਲਰੇਡੀ ਕੋਈ ਚੀਜ਼ ਬਣੀ ਹੋਈ ਹੈ ਉਹਨੂੰ ਬਿਨਾਂ ਦੁਬਾਰਾ ਤੋਂ ਬਣਾਏ ਤੁਸੀਂ ਉਸ ਨੂੰ ਯੂਜ਼ ਕਰ ਸਕਦੇ ਹੋਗੇ। ਨੈਕਸਟ ਤੁਹਾਡਾ ਇਨਹੈਰੀਟੈਂਸ ਦੇ ਵਿੱਚ ਇਨਹੈਰੀਟੈਂਸ ਟਾਈਪਸ ਨੇ। ਇਨਹੈਰੀਟੈਂਸ ਤਾਂ ਪਹਿਲਾਂ ਆਪਾਂ ਕਰ ਲਿਆ ਕਿ ਤੁਸੀਂ ਇੱਕ ਕਲਾਸ ਦੇ ਮੈਂਬਰਸ ਨੂੰ ਵਿਦਾਊਟ ਰੀਡਿਫਾਈਨਿੰਗ ਇਟ ਇਨ ਅ ਸਬ ਕਲਾਸ ਵੀ ਯੂਜ਼ ਕਰ ਸਕਦੇ ਹੋਗੇ। ਤਾਂ ਇਹਦੇ ਵਿੱਚ ਕਿਹੜੇ ਕਿਹੜੇ ਕਨਸੈਪਟ ਆਪਾਂ ਯੂਜ਼ ਕਰ ਰਹੇ ਹਾਂ? ਜਿਹੜੇ ਕਲਾਸ ਦੇ ਮੈਂਬਰ ਯੂਜ਼ ਹੋ ਰਹੇ ਆ ਉਹਨੂੰ ਅਸੀਂ ਸੁਪਰ ਕਲਾਸ ਜਾਂ ਬੇਸ ਕਲਾਸ ਜਾਂ ਪੇਰੈਂਟ ਕਲਾਸ ਬੋਲਾਂਗੇ। ਕਲੀਅਰ ਹੈ? ਤੇ ਜਿਹੜੀ ਕਲਾਸ ਯੂਜ਼ ਕਰੂਗੀ, ਠੀਕ ਹੈ, ਜਿਵੇਂ ਬੀ ਨੇ ਏ ਨੇ ਇਨਹੈਰਿਟ ਕੀਤਾ ਤਾਂ ਬੀ ਨੂੰ ਅਸੀਂ ਸਬ ਕਲਾਸ, ਚਾਈਲਡ ਕਲਾਸ ਜਾਂ ਫਿਰ ਡਰਾਈਵਡ ਕਲਾਸ ਬੋਲਾਂਗੇ। ਕਲੀਅਰ? ਤਾਂ ਉਹ ਇੰਨੇ ਤੋਂ ਬਾਅਦ ਫਿਰ ਤੁਸੀਂ ਦੱਸੋਗੇ ਇਨਹੈਰੀਟੈਂਸ ਦੇ ਟਾਈਪਸ ਦਾ ਸਿੰਗਲ, ਮਲਟੀਪਲ, ਹਾਇਰਾਰਕੀ ਤੇ ਮਲਟੀ ਲੈਵਲ, 4 ਟਾਈਪਸ ਨੇ ਜਿਹਦੇ ਵਿੱਚੋਂ ਕਿ ਜਾਵਾ ਮਲਟੀਪਲ ਇਨਹੈਰੀਟੈਂਸ ਨੂੰ ਸਪੋਰਟ ਨਹੀਂ ਕਰਦੀ। ਨੈਕਸਟ ਸ਼ੁਰੂ ਕਰਦੇ ਸਿੰਗਲ ਇਨਹੈਰੀਟੈਂਸ। ਕੀ ਹੈ? ਸਿੰਗਲ ਇਨਹੈਰੀਟੈਂਸ ਹੁੰਦਾ ਜਦੋਂ ਇੱਕ ਕਲਾਸ ਨੂੰ ਇੱਕ ਹੋਰ ਕਲਾਸ ਇਨਹੈਰਿਟ ਕਰਦੀ ਹੈ, ਯਾਨੀ ਕਿ 1 ਸੁਪਰ ਕਲਾਸ 1 ਸਬ ਕਲਾਸ। ਤੇ ਹਾਇਰਾਰਕੀ ਹੁੰਦਾ ਜਦੋਂ ਇੱਕ ਸੁਪਰ ਕਲਾਸ ਨੂੰ ਇੱਕ ਤੋਂ ਜ਼ਿਆਦਾ ਕਲਾਸਿਸ ਇਨਹੈਰਿਟ ਕਰ ਰਹੀਆਂ। ਵੈਨ 1 ਸੁਪਰ ਕਲਾਸ ਇਜ਼ ਇਨਹੈਰਿਟਡ ਬਾਈ ਮੋਰ ਦੈਨ 1 ਕਲਾਸਿਸ ਇਜ਼ ਕਾਲਡ ਹਾਇਰਾਰਕੀਕਲ ਇਨਹੈਰੀਟੈਂਸ। ਮਲਟੀ ਲੈਵਲ ਕੀ ਹੁੰਦੀ ਹੈ? ਜਿਸ ਦੇ ਵਿੱਚ ਏ ਨੂੰ ਇਨਹੈਰਿਟ ਕੀਤਾ ਬੀ ਨੇ ਤੇ ਬੀ ਨੂੰ ਇਨਹੈਰਿਟ ਕੀਤਾ ਸੀ ਨੇ। ਤਾਂ ਇਨਡਾਇਰੈਕਟਲੀ ਸੀ ਏ ਦੇ ਫੀਚਰਸ ਨੂੰ ਵੀ ਯੂਜ਼ ਕਰ ਸਕਦੀ ਹੈ, ਬੀ ਦੇ ਨੂੰ ਵੀ ਯੂਜ਼ ਕਰ ਸਕਦੀ ਹੈ, ਖੁਦ ਦੇ ਨੂੰ ਤਾਂ ਬੇਸਕ ਕਰੂਗੀ। ਤੇ ਜੇਕਰ ਅਸੀਂ ਇਸ ਦੇ ਵਿੱਚ ਦੇਖੀਏ ਇਸ ਡਾਇਗਰਾਮ ਦੇ ਵਿੱਚ ਤਾਂ ਏ ਕਲਾਸ ਨੂੰ ਬੀ ਸੀ ਡੀ 3 ਕਲਾਸਿਸ ਨੇ ਇਨਹੈਰਿਟ ਕੀਤਾ। ਤਾਂ ਬੀ ਕਲਾਸ ਦੇ ਆਬਜੈਕਟ ਨਾਲ ਅਸੀਂ ਬੀ ਨੂੰ ਵੀ ਯੂਜ਼ ਕਰਾਂਗੇ ਤੇ ਏ ਨੂੰ ਵੀ ਯੂਜ਼ ਕਰ ਸਕਦੇ ਹਾਂ। ਸੀ ਦੇ ਆਬਜੈਕਟ ਨਾਲ ਅਸੀਂ ਸੀ ਨੂੰ ਯੂਜ਼ ਕਰਾਂਗੇ, ਏ ਨੂੰ ਯੂਜ਼ ਕਰ ਸਕਦੇ ਹਾਂ। ਡੀ ਦੇ ਆਬਜੈਕਟ ਨਾਲ ਡੀ ਨੂੰ ਯੂਜ਼ ਕਰਾਂਗੇ ਤੇ ਏ ਨੂੰ ਯੂਜ਼ ਕਰ ਸਕਦੇ ਹਾਂ। ਪਰ ਏ ਦੇ ਆਬਜੈਕਟ ਨਾਲ ਇਹਨਾਂ ਨੂੰ ਅਸੀਂ ਯੂਜ਼ ਨਹੀਂ ਕਰ ਸਕਦੇ, ਨਾ ਹੀ ਡੀ ਦੇ ਆਬਜੈਕਟ ਨਾਲ ਅਸੀਂ ਸੀ ਨੂੰ ਯੂਜ਼ ਕਰ ਸਕੀਏ। ਇਹ ਨਹੀਂ, ਸੁਪਰ ਕਲਾਸ ਦੇ ਮੈਂਬਰਸ ਨੂੰ ਸਬ ਕਲਾਸ ਯੂਜ਼ ਕਰ ਸਕਦੀ ਹੈ। ਤੇ ਲਾਸਟ ਮਲਟੀਪਲ, ਜਿਸ ਦੇ ਵਿੱਚ ਇੱਕ ਤੋਂ ਵੱਧ ਸੁਪਰ ਕਲਾਸ ਹੋਣਗੀਆਂ, ਯਾਨੀ ਕਿ 2 ਕਲਾਸਿਸ ਨੂੰ ਜਾਂ 2 ਤੋਂ ਵੱਧ ਨੂੰ ਜੇਕਰ ਇੱਕ ਸਿੰਗਲ ਕਲਾਸ ਇਨਹੈਰਿਟ ਕਰੇ ਤਾਂ ਉਹਨੂੰ ਅਸੀਂ ਮਲਟੀਪਲ ਬੋਲਦੇ ਹਾਂ। ਬਟ ਜਾਵਾ ਡਜ਼ਨਟ ਸਪੋਰਟ ਮਲਟੀਪਲ ਇਨਹੈਰੀਟੈਂਸ। ਹੁਣ ਇਨਹੈਰੀਟੈਂਸ ਕਰਦੇ ਸਮੇਂ ਤੁਸੀਂ ਕੀ ਕਰਨਾ, ਜਦੋਂ ਤੁਸੀਂ ਸਬ ਕਲਾਸ ਬਣਾ ਰਹੇ ਹੋ ਨਾ, ਠੀਕ ਹੈ, ਉਦੋਂ ਤੁਸੀਂ ਐਕਸਟੈਂਡਸ ਲਿਖ ਕੇ, ਐਕਸਟੈਂਡਸ ਸਮਾਲ ਲੈਟਰਸ ਦੇ ਵਿੱਚ ਕੀਵਰਡ ਲਿਖੋਗੇ, ਐਕਸਟੈਂਡਸ ਲਿਖ ਕੇ ਤੁਸੀਂ ਸੁਪਰ ਕਲਾਸ ਦਾ ਨਾਮ ਪਾਓ ਇੱਥੇ, ਜਿਹੜੀ ਕਲਾਸ ਨੂੰ ਅਸੀਂ ਇਨਹੈਰਿਟ ਕਰਨਾ ਗਾ। ਤਾਂ ਇਸ ਦੀ ਐਗਜ਼ਾਮਪਲ ਹੀ ਸ਼ੁਰੂ ਹੋ ਗਈ ਡਾਇਰੈਕਟ। ਬਟ ਆਪਾਂ ਐਗਜ਼ਾਮਪਲ ਤੋਂ ਪਹਿਲਾਂ ਕੁਝ ਸਿੰਪਲ ਪ੍ਰੋਗਰਾਮਸ ਤੇ ਕੁਝ ਸਿੰਪਲ ਕਨਸੈਪਟ ਦੇਖਦੇ ਹਾਂ ਕਿ ਇਨਹੈਰੀਟੈਂਸ ਕੀ ਹੈ। ਤਾਂ ਦੇਖੋ ਕਿ ਜਿਵੇਂ ਕੋਈ ਏ ਕਲਾਸ ਹੈ ਬੇਟਾ, ਇਹਦੇ ਵਿੱਚ ਹੁਣ ਡਾਟਾ ਵੀ ਹੋ ਸਕਦਾ ਜਿਵੇਂ ਇੰਟੈਕਸ, ਠੀਕ ਹੈ, ਕੋਈ ਫੰਕਸ਼ਨ ਵੀ ਹੋ ਸਕਦਾ ਜਿਵੇਂ ਸ਼ੋ ਫੰਕਸ਼ਨ ਹੈ। ਇਹ ਕਲਾਸ ਦੇ ਮੈਂਬਰ ਆ। ਇੱਦਾਂ ਹੀ ਇੱਕ ਬੀ ਕਲਾਸ ਆ ਜਿਹਨੇ ਇਨਹੈਰਿਟ ਕਰ ਲਿਆ ਏ ਨੂੰ, ਠੀਕ ਹੈ। ਹੁਣ ਬੀ ਕਲਾਸ ਦੇ ਵਿੱਚ ਬੀ ਦਾ ਆਪਣਾ ਡਾਟਾ ਜਿਵੇਂ ਵਾਈ ਹੈ ਉਹ ਹੋ ਸਕਦਾ, ਜਾਂ ਬੀ ਦਾ ਆਪਣਾ ਕੋਈ ਫੰਕਸ਼ਨ ਜਿੱਦਾਂ ਡਿਸਪਲੇ ਹੈ ਉਹ ਹੋ ਸਕਦਾ। ਤਾਂ ਅਸੀਂ ਬੀ ਦੇ ਮੈਂਬਰਸ ਬੀ ਏ ਦੇ ਸਾਰੇ ਮੈਂਬਰਸ ਨੂੰ ਯੂਜ਼ ਕਰ ਸਕਦੀ ਹੈ। ਬੀ ਕਲਾਸ ਦੇ ਆਬਜੈਕਟ ਨਾਲ ਅਸੀਂ ਕਿਹਨੂੰ ਯੂਜ਼ ਕਰ ਸਕਦੇ ਹਾਂ? ਬੀ ਆਪਣੇ ਵਾਈ ਵੇਰੀਏਬਲ ਨੂੰ ਯੂਜ਼ ਕਰ ਲਓ ਕਿਉਂਕਿ ਉਹਦਾ ਖੁਦ ਦਾ ਡਾਟਾ ਹੈਗਾ। ਆਪਣੇ ਫੰਕਸ਼ਨ ਡਿਸਪਲੇ ਨੂੰ ਕਾਲ ਕਰ ਲਓ ਕਿਉਂਕਿ ਉਹ ਵੀ ਉਹਦਾ ਖੁਦ ਦਾ ਫੰਕਸ਼ਨ ਹੈ। ਬੀ ਦੇ ਆਬਜੈਕਟ ਨਾਲ ਅਸੀਂ ਏ ਦੇ ਡਾਟਾ ਨੂੰ ਵੀ ਯੂਜ਼ ਕਰ ਸਕਦੇ ਹਾਂ, ਏ ਦੇ ਫੰਕਸ਼ਨ ਨੂੰ ਵੀ ਯੂਜ਼ ਕਰ ਸਕਦੇ, ਸ਼ੋ ਫੰਕਸ਼ਨ ਨੂੰ, ਡਿਸਪਲੇ ਫੰਕਸ਼ਨ ਨੂੰ, ਐਕਸ ਨੂੰ, ਵਾਈ ਨੂੰ, ਅਸੀਂ ਸਭ ਨੂੰ ਬੀ ਦੇ ਆਬਜੈਕਟ ਨਾਲ ਯੂਜ਼ ਕਰ ਸਕਦੇ ਕਿਉਂਕਿ ਬੀ ਕਲਾਸ ਨੇ ਏ ਨੂੰ ਇਨਹੈਰਿਟ ਕੀਤਾ ਹੋਇਆ। ਤਾਂ ਹੁਣ ਇੱਕ ਸਿੰਪਲ ਐਗਜ਼ਾਮਪਲ ਦੇ ਥਰੂ ਪਹਿਲਾਂ ਮੈਂ ਐਕਸਪਲੇਨ ਕਰ ਦਿੱਤਾ ਤੁਹਾਨੂੰ ਇਨਹੈਰੀਟੈਂਸ ਕੀ ਹੈ। ਓਕੇ, ਤਾਂ ਜਿੱਦਾਂ ਅਸੀਂ ਐਗਜ਼ਾਮਪਲ ਦੇ ਵਿੱਚ ਅਸੀਂ ਸਿੰਗਲ ਇਨਹੈਰੀਟੈਂਸ ਕਰ ਰਹੇ ਹਾਂ ਜਿਹਦੇ ਵਿੱਚ ਇੱਕ ਤੁਹਾਡੀ ਸੁਪਰ ਕਲਾਸ ਨੂੰ
एक सिंगल क्लास ही मतलब सब क्लास इनहैरिट कर रही है। तो ये की होगा, एक आप क्लास बनाई, पहला तो देखो ओबीएस बेस क्लास, मैं प्रोग्राम जो बड़ा ईजी रख के बना रही हूँ बेटा, बट तुम उसकी जगह जिमें इतने बेस क्लास, ड्राइव्ड क्लास इदा के नाम भी दे सकते हो, फंक्शनस का नाम थोड़ा होर तुम वधिया रख सकते होगे। तो आप एक क्लास बनाई ए जिस कुछ वेरीएबल लिया, तो एक शो ए फंक्शन बनाया जिसने सिर्फ एक मैसेज प्रिंट किया, इट्स ए क्लास, तो नाल ही एक्स की वैल्यू जी कि 5 है वो प्रिंट करके दिखा रहा। फिर असी एक होर क्लास बनाई बी क्लास, बी क्लास ने ए क्लास को एक्सटेंड किया होया, एक्सटेंड मतलब ए नू इनहैरिट कर लिया, इनहैरिट करने से इदा ही लिखना होंगे, ठीक है। तो बी ने ए नू इनहैरिट किया, फिर असी एक वेरीएबल लिया एक्स इक्वल्स टू 20, यदा खुद का वेरीएबल लिया, तो इतने एक चीज़ रॉन्ग होगी बेटा, एक्स की जगह तुम वाई वेरीएबल लियो, इन्हें अपना वेरीएबल वाई लिया, तो नाल ही इन्हें डिस्पले फंक्शन के विच एक मैसेज इट्स बी क्लास, तो नाल ही वाई की वैल्यू प्रिंट करके दिखा दी। क्लीयर। तो हुण इत्थे तक कि असीं एक क्लास बनाई ए क्लास का कोई डाटा लिया, कोई फंक्शन लिया, फिर बी क्लास बनाई, बी च कुछ डाटा लैके कुछ फंक्शन बनाए असीं, तो बी ने नाल ए नूं इनहैरिट किया होया। हुण तुहाडी जिहड़ी मेन क्लास हैगी, मतलब मेन वाली क्लास है सी क्लास, उहदे विच तुसीं जो मेन फंक्शन बना रहे हो, उत्थे तुसीं सिर्फ बी क्लास का ऑब्जैक्ट B1 बनाया, बी का ऑब्जैक्ट B1 इक्वल्स टू न्यू बी लिख के तुसीं B1 दे ही ऑब्जैक्ट नाल शो फंक्शन नूं भी कॉल कर सकते हो, शो ए नूं डिस्पले फंक्शन नूं भी कॉल कर सकते हो। तो यही हुंदी है साडी इनहैरिटेंस, असीं सब क्लास के ऑब्जैक्ट नाल सुपर क्लास के मैथड नूं भी कॉल करके दिखाता, दैट मीनस हो गई साडी इनहैरिटेंस। हुण साडी सब क्लास सुपर क्लास के फंक्शन नूं यूज़ कर रही है बिना उन्होंने रीडिफाइन किए, रीडिफाइन मतलब इन्हें अपने विच तो दोबारा तो शो फंक्शन नहीं ना बनाया, उपरले इनू ही आप यूज़ करके दिखाया। तो यही सी साडी इनहैरिटेंस, जिस एक क्लास के मैंबरस नूं, एक क्लास जिन्हों कि दूजी क्लास इनहैरिट कर रही है, तो इस क्लास के मैंबरस नूं असीं इस क्लास के ऑब्जैक्ट नाल यूज़ करके दिखा दिंने आ, तो ये सी साडी इनहैरिटेंस। तो इस दे हुण आपां प्रोग्राम तुहाडी बुक तो देखदे एक प्रॉपर प्रोग्राम बनाया होया बहुत वधिया, जिहड़ा तुसीं करना भी है। तो इस दे विच एक क्लास लई रूम क्लास, जिहदे विच 2 वेरीएबल लेंथ अते ब्रैथ लए सी। क्लीयर। उस तो बाद असीं एक कंस्ट्रक्टर बनाया, क्योंकि रूम क्लास विच रूम नाम का तो ओबीएस कंस्ट्रक्टर ही होगा, जिहड़ा कि 2 पैरामीटर एक्स ते वाई रिसीव कर रहेगा, तो उही वैल्यूज़ वो लेंथ ते ब्रैथ नूं असाइन कर रहा है। फिर असीं एक फंक्शन बनाया एरिया फंक्शन, जिहड़ा कि इंटीजर वैल्यू रिटर्न कर रहा है, एरिया फंक्शन इंटीजर वैल्यू रिटर्न कर रहा है, ठीक है। तो रिटर्न की कर रहा, लेंथ इंटू ब्रैथ कैलकुलेट करके वो रिटर्न कर रहा है, यानी कि जोड़े भी उन्होंने कॉल करो उन्होंने ये वैल्यू रिटर्न करूँगा। इस तक एक सिंपल क्लास बनी जिस कुछ वेरीएबल ले गए तो फंक्शन लिया। फिर तुहाडी एक होर क्लास बनी बैडरूम क्लास, जिन्हें कि रूम क्लास को एक्सटेंड किया, इनहैरिट किया। तो इन्हें भी इत्थे एक वेरीएबल ले लिया अपना हाइट, 3 पैरामीटर ये को आए है, ये कंस्ट्रक्टर बनाया आप बैडरूम, जिद 3 पैरामीटर ने रिसीव किए एक्स वाई तो Z। क्लीयर। यदा आप काम बाद देखते हैं। तो नाल ही इन्हें एक अपना फंक्शन बनाया वॉल्यूम, जिहड़ा कि इंटीजर वैल्यू रिटर्न कर रहा है, तो वो लेंथ इंटू ब्रैथ इंटू हाइट तीनों मल्टीप्लाई करके रिटर्न कर रहा, ठीक है। क्योंकि हम बैडरूम क्लास ने एक्सटेंड किया हुआ रूम क्लास में, तो वो यदि मैंबर लेंथ ते ब्रैथ नूं यूज़ कर सकती है। फिर नीचे जाके जिथे असीं एक मेन फंक्शन वाली क्लास बनाई है, तो असीं क्लास बनाई इनहैरिट टेस्ट, जिस दे विच कि मेन फंक्शन बना के एक तो असीं बैडरूम क्लास जिहड़ी साडी सब क्लास सी बैडरूम, ਉਹਦਾ ऑब्जेक्ट बनाया रूम 1 के नाम ते नाल ही असीं 3 वैल्यूज़ 14 12 ते 10 जिहड़ियां वैल्यूज़ ने पास कीतियां। उस तो बाद रूम 1 के ऑब्जेक्ट नाल असीं एरिया फंक्शन नूं कॉल किया। हुण जिहड़ा एरिया फंक्शन है देखो तुहानूं पता कि सुपर क्लास का फंक्शन है, हालांकि असीं इसनूं सब क्लास के ऑब्जेक्ट के नाल कॉल करके दिखा रहे हैं। तो असीं इत्थे कॉल किया एरिया फंक्शन नूं, ठीक है। तो वो जिहड़ी भी वैल्यू रिटर्न करूँगा वो असीं वेरीएबल इंट एरिया दे विच पवा रहे हैं। फिर असीं एक इंट वॉल्यूम नाम का वेरीएबल लिया, जिहदे विच कि असीं वॉल्यूम फंक्शन द्वारा रिटर्न की गई वैल्यू स्टोर करवा रहे हैं। वॉल्यूम फंक्शन भी असीं बैडरूम क्लास के ऑब्जेक्ट रूम 1 नाल ही कॉल की है। तो उस तो बाद कुछ नहीं, असीं एरिया ते वॉल्यूम वेरीएबल्स दीयां वैल्यूज़ जिहड़ियां ने वो प्रिंट करके शो कीतियां ने। तो इत्थे हुण देखो एक तो जिहड़ी मेन वर्किंग एक्सप्लेन करनी है मैं तुहाडे इस एग्जाम्पल दे विच। तुसीं सिर्फ बैडरूम जिहड़ी क्लास है उहदा ऑब्जेक्ट उहदे कंस्ट्रक्टर दे विच जे तुसीं ऑब्जेक्ट बना रहे हो, तुसीं 3 वैल्यूज़ पास कीतियां 14 12 ते 10, वो तीनों वैल्यूज़ तुहाडीआं जाणगीआं
ਬੈਡਰੂਮ ਕਲਾਸ ਦੇ ਕੰਸਟਰਕਟਰ ਕੋਲ। ਠੀਕ ਹੈ, ਤਾਂ 14 ਗਈ x ਕੋਲ, 12 ਗਈ y ਕੋਲ ਤੇ 10 ਵੈਲਿਊ ਗਈ ਤੁਹਾਡੇ z ਕੋਲ। ਉਸ ਤੋਂ ਬਾਅਦ ਰਾਜੇ ਤੁਸੀਂ ਤਿੰਨੋਂ ਵੈਲਿਊਜ਼ ਇੱਥੇ ਯੂਜ਼ ਨਹੀਂ ਕੀਤੀਆਂ, ਤੁਸੀਂ ਕੀ ਕੀਤਾ x ਅਤੇ y ਦੀ ਵੈਲਿਊ ਸੁਪਰ ਲਿਖ ਕੇ ਪਾਸ ਕੀਤੀ ਹੈ। ਤਾਂ ਇਹਦਾ ਮਤਲਬ ਕੀ ਹੁੰਦਾ, ਜਦੋਂ ਵੀ ਸਬ ਕਲਾਸ, ਇੱਥੇ ਨੋਟ ਕਰਨਾ ਇਹ ਇੰਪੋਰਟੈਂਟ ਪੁਆਇੰਟ ਹੈ, ਜਦੋਂ ਵੀ ਸਬ ਕਲਾਸ ਸੁਪਰ ਕਲਾਸ ਦੇ ਕੰਸਟਰਕਟਰ ਨੂੰ ਵੈਲਿਊਜ਼ ਭੇਜਣਾ ਚਾਹੁੰਦੀ ਹੈ ਤਾਂ ਉਹ ਸੁਪਰ ਲਿਖ ਕੇ ਇੱਦਾਂ ਵੈਲਿਊਜ਼ ਲਿਖੂਗੀ। ਤਾਂ ਇਹ ਜਿਹੜੀਆਂ ਦੋਨੋਂ ਵੈਲਿਊਜ਼ ਨੇ x y, ਇਹ ਆਪਣੀ ਸੁਪਰ ਕਲਾਸ ਨੂੰ ਭੇਜੂ। ਤਾਂ ਸੁਪਰ ਕਲਾਸ ਦੇ ਵੀ ਕਿਹਨੂੰ, ਅੱਗੋਂ ਕੰਸਟਰਕਟਰ ਨੂੰ। ਠੀਕ ਹੈ, z ਦੀ ਵੈਲਿਊ ਇਹਨੇ ਹਾਈਟ ਨੂੰ ਦੇਤੀ। ਤਾਂ ਇੱਥੇ ਨੋਟ ਕਰੋ ਕਿ z ਦੀ ਵੈਲਿਊ ਤਾਂ ਓਬਵੀਅਸ ਹਾਈਟ ਨੂੰ ਮਿਲੇਗੀ। z ਦੀ ਵੈਲਿਊ ਆਪਾਂ ਹਾਈਟ ਨੂੰ ਦਿੱਤੀ, x y ਸੀ ਸੁਪਰ ਨੂੰ ਪਾਸ ਕਰ ਦਿੰਦੇ, ਯਾਨੀ ਕਿ ਉਹ ਲੈਂਥ ਤੇ ਬ੍ਰੈਡਥ ਕੋਲ ਵੈਲਿਊਜ਼ ਗਿੱਚ ਲਗਾ ਦਿੰਦੇ। ਤਾਂ ਇਹ ਸੀ ਸਾਡਾ ਟੌਪਿਕ ਇਨਹੈਰੀਟੈਂਸ, ਜਿਹਦੇ ਵਿੱਚ ਨਾਲ ਨਾਲ ਤੁਸੀਂ ਸੁਪਰ ਕੀਵਰਡ ਵੀ ਯਾਦ ਕਰਨਾ ਗਾ। ਦੇਖੋ ਇੱਥੇ ਸੁਪਰ ਕੀਵਰਡ ਦਾ ਕੰਮ ਕੀ ਹੈ, ਕਿਉਂਕਿ ਨੀਚੇ ਦੇਖੋ ਬੇਟਾ ਕਿ ਜਦੋਂ ਮੈਂ ਆਬਜੈਕਟ ਬਣਾਇਆ, ਮੈਂ ਸਿਰਫ ਬੈਡਰੂਮ ਕਲਾਸ ਦਾ ਹੀ ਆਬਜੈਕਟ ਬਣਾਇਆ। ਜਿਹੜੀ ਸੁਪਰ ਕਲਾਸ ਸੀ ਰੂਮ, ਉਹਦਾ ਆਬਜੈਕਟ ਤਾਂ ਅਸੀਂ ਬਣਾਇਆ ਹੀ ਨਹੀਂ। ਜੇ ਬਣਾਇਆ ਹੀ ਨਹੀਂ ਆਬਜੈਕਟ, ਤਾਂ ਜਿਹੜਾ ਉਹਦਾ ਉੱਪਰਲਾ ਕੰਸਟਰਕਟਰ ਹੈ ਉਹਨੂੰ ਵੈਲਿਊਜ਼ ਕਿੱਥੋਂ ਮਿਲਣਗੀਆਂ? ਇਹਨੂੰ ਤਾਂ ਵੈਲਿਊਜ਼ ਮਿਲਣਗੀਆਂ ਜਿਹਨੂੰ, ਜੇ ਆਬਜੈਕਟ ਨਹੀਂ ਬਣਿਆ, ਕੰਸਟਰਕਟਰ ਵੀ ਨਹੀਂ ਚੱਲਿਆ, x y ਨੂੰ ਵੈਲਿਊ ਵੀ ਨਹੀਂ ਆਈ। ਤਾਂ ਉਦੋਂ ਤੁਸੀਂ ਸਬ ਕਲਾਸ ਦੇ ਕੰਸਟਰਕਟਰ ਦੇ ਵਿੱਚ ਜੇਕਰ ਸੁਪਰ ਕੀਵਰਡ ਯੂਜ਼ ਕਰਕੇ ਵੈਲਿਊਜ਼ ਪਾਸ ਕਰਦੇ ਹੋ ਤਾਂ ਉਹ ਵੈਲਿਊਜ਼ ਆਟੋਮੈਟਿਕਲੀ ਤੁਹਾਡੇ ਸੁਪਰ ਕਲਾਸ ਦੇ ਕੰਸਟਰਕਟਰ ਕੋਲ ਆ ਜਾਂਦੀਆਂ ਨੇ। ਕਲੀਅਰ? ਤਾਂ ਇਹ ਐਗਜ਼ਾਮਪਲ ਤੁਸੀਂ ਕਰੋਗੇ ਜਿਸ ਦੇ ਵਿੱਚ ਅਸੀਂ ਰੂਮ ਕਲਾਸ ਦੇ ਕੁਝ ਮੈਂਬਰਸ ਦੇ ਫੰਕਸ਼ਨ ਲਿਆ, ਬੈਡਰੂਮ ਕਲਾਸ ਜਿਹਨੇ ਕਿ ਐਕਸਟੈਂਡ ਕੀਤਾ ਰੂਮ ਕਲਾਸ ਨੂੰ, ਉਹਦੇ ਵਿੱਚ ਵੀ ਇੱਕ ਵੇਰੀਏਬਲ ਲੈ ਕੇ ਉਹਦੇ ਕੰਸਟਰਕਟਰ ਦੇ ਥਰੂ ਵੈਲਿਊਜ਼ ਕੁਛ ਉੱਪਰ ਭੇਜੀਆਂ ਤੇ ਕੁਛ ਉਹਨੇ ਖੁਦ ਲਈਆਂ, ਤੇ ਵੋਲਿਊਮ ਫਾਈਂਡ ਆਊਟ ਕੀਤੀ ਹੈ ਤੇ ਉਹੀ ਵੈਲਿਊਜ਼ ਅਸੀਂ ਇੱਥੇ ਪ੍ਰਿੰਟ ਕਰਕੇ ਦਿਖਾਈਆਂ ਨੇ। ਤੁਸੀਂ ਚਾਹੋ ਤਾਂ ਇਸ ਪ੍ਰੋਗਰਾਮ ਨੂੰ ਈਜ਼ੀ ਬਣਾਉਣ ਦੇ ਲਈ, ਜੇਕਰ ਤੁਸੀਂ ਵੈਲਿਊ ਰਿਟਰਨ ਨਹੀਂ ਕਰਨਾ ਚਾਹੁੰਦੇ, ਇੱਥੇ ਵੋਇਡ ਲਿਖੋ, ਇੱਥੇ ਰਿਟਰਨ ਕਰਨ ਦੀ ਜ਼ਰੂਰਤ ਨਹੀਂ, ਡਾਇਰੈਕਟ ਇੱਥੇ ਹੀ SOP ਕਰਕੇ ਦਿਖਾ ਦਿਓ, ਲੈਂਥ ਇਨਟੂ ਬ੍ਰੈਡਥ। ਨੈਕਸਟ, ਇੱਦਾਂ ਹੀ ਤੁਸੀਂ ਵੋਲਿਊਮ ਫੰਕਸ਼ਨ ਦੇ ਵਿੱਚ ਵੀ ਚਾਹੋ ਤਾਂ ਇੱਥੇ ਇੰਟ ਕਰਕੇ ਵੈਲਿਊ ਰਿਟਰਨ ਨਾ ਕਰੋ, ਤੁਸੀਂ ਇੱਥੇ SOP ਕਰਕੇ ਦਿਖਾ ਸਕਦੇ ਹੋ। ਇੱਥੇ ਵੋਇਡ ਲਿਖ ਕੇ ਇੱਥੇ SOP ਕਰ ਦਿਓ, L ਇੰਟੂ B ਇੰਟੂ H, ਮਤਲਬ ਕੰਪਲੀਟ ਲੈਂਥ ਇੰਟੂ ਬ੍ਰੈਡਥ ਇੰਟੂ ਹਾਈਟ। ਮੈਂ ਸ਼ਾਰਟਕਟ ਲਿਖ ਰਹੀ ਹਾਂ। ਤੇ ਨੀਚੇ ਬੇਟਾ ਜਿੱਥੇ ਤੁਸੀਂ ਇਹ ਕਲਾਸਿਸ ਬਣਾਈਆਂ ਨੇ, ਸੌਰੀ ਜਿੱਥੇ ਤੁਸੀਂ ਨਾਲ ਫੰਕਸ਼ਨਸ ਨੂੰ ਕਾਲ ਕਰ ਰਹੇ ਹੋ, ਉੱਥੇ ਫਿਰ ਤੁਹਾਨੂੰ ਇਕੁਅਲ ਟੂ ਪਾ ਕੇ ਵੇਰੀਏਬਲ ਲੈਣ ਦੀ ਜ਼ਰੂਰਤ ਹੀ ਨਹੀਂ। ਤੁਸੀਂ ਡਾਇਰੈਕਟ ਇਕੱਲਾ ਕਾਲ ਕਰੋ ਰੂਮ 1 ਆਬਜੈਕਟ ਦੇ ਨਾਲ ਏਰੀਆ ਫੰਕਸ਼ਨ ਤੇ ਵੋਲਿਊਮ ਫੰਕਸ਼ਨ ਨੂੰ, ਤੇ ਪ੍ਰਿੰਟ ਜਦੋਂ ਅਸੀਂ ਵੈਲਿਊਜ਼ ਕਰਵਾ ਚੁੱਕੇ ਹਾਂ ਉੱਪਰ, ਤਾਂ ਦੋਨੋਂ ਲਾਈਨ ਸਾਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ। ਤਾਂ ਇਹ ਸੀ ਤੁਹਾਡੀ ਐਗਜ਼ਾਮਪਲ ਸਿੰਗਲ ਇਨਹੈਰੀਟੈਂਸ, ਜਿਹੜੀ ਕਿ ਬਹੁਤ ਵਧੀਆ ਤੁਹਾਡੀ ਬੁੱਕ 'ਤੇ ਡਿਫਾਈਨ ਵੀ ਹੈ। ਤੇ ਇਹ ਸਾਰੇ ਰੀਡ ਕਰਨ ਤੋਂ ਬਾਅਦ ਨੈਕਸਟ ਸਾਡਾ ਹੁੰਦਾ ਸਬ ਕਲਾਸ ਕੰਸਟਰਕਟਰ ਦਾ ਟੌਪਿਕ। ਸਬ ਕਲਾਸ ਦੇ ਕੰਸਟਰਕਟਰ ਅਸੀਂ ਆਲਰੇਡੀ ਕਰ ਚੁੱਕੇ ਹਾਂ ਕਿ ਸਬ ਕਲਾਸ ਦੇ ਕੰਸਟਰਕਟਰ ਦੇ ਥਰੂ ਅਸੀਂ ਸੁਪਰ ਕਲਾਸ ਨੂੰ ਵੀ ਜਿਹੜੀਆਂ ਵੈਲਿਊਜ਼ ਨੇ ਉਹ ਭੇਜ ਸਕਦੇ ਹਾਂ। ਕਿੱਦਾਂ ਭੇਜੀਆਂ ਅਸੀਂ? ਸੁਪਰ ਕੀਵਰਡ ਨੂੰ ਯੂਜ਼ ਕਰਕੇ। ਤਾਂ ਸੁਪਰ ਕੀਵਰਡ ਤੁਹਾਡੇ ਸੁਪਰ ਕਲਾਸ ਦੇ ਕੰਸਟਰਕਟਰ ਨੂੰ ਇਨਵੋਕ ਕਰਦਾ, ਮਤਲਬ ਉਹਨੂੰ ਐਗਜ਼ੀਕਿਊਟ ਕਰਵਾਊਗਾ। ਤੇ ਜਿਹੜੇ ਵੀ ਪੈਰਾਮੀਟਰ ਅਸੀਂ ਸੁਪਰ ਦੇ ਵਿੱਚ ਪਾਸ ਕਰਾਂਗੇ, ਉਹੀ ਪੈਰਾਮੀਟਰ ਤੁਹਾਡੇ ਕੰਸਟਰਕਟਰ, ਜਿਹੜਾ ਸੁਪਰ ਕਲਾਸ ਦਾ ਕੰਸਟਰਕਟਰ, ਉਸ ਦੇ ਕੋਲ ਚਲੇ ਜਾਣਗੇ। ਕਲੀਅਰ? ਤਾਂ ਸੁਪਰ ਵੀ ਅਸੀਂ ਜਿਹੜਾ ਹੈ ਕਰਕੇ ਦੇਖ ਲਿਆ। ਦੈਨ ਨੈਕਸਟ ਆਉਂਦਾ ਸਾਡੇ ਕੋਲ ਮਲਟੀ ਲੈਵਲ ਇਨਹੈਰੀਟੈਂਸ। ਹੁਣ ਮਲਟੀ ਲੈਵਲ ਇਨਹੈਰੀਟੈਂਸ ਕੀ? ਜਿਹਦੇ ਵਿੱਚ ਇੱਕ A ਕਲਾਸ ਨੂੰ ਇਨਹੈਰਿਟ ਕੀਤਾ B ਨੇ, ਤੇ B ਨੂੰ ਫਰਦਰ ਇਨਹੈਰਿਟ ਕੀਤਾ C ਨੇ। ਕਲੀਅਰ? ਇਸ ਦੀ ਵੀ ਐਗਜ਼ਾਮਪਲ ਆਪਾਂ ਅੱਗੇ ਕਵਰ ਕਰਾਂਗੇ। ਦੈਨ ਆਊਗਾ ਤੁਹਾਡਾ ਹਾਇਰਾਰਕੀਕਲ ਇਨਹੈਰੀਟੈਂਸ। ਹਾਇਰਾਰਕੀਕਲ ਇਨਹੈਰੀਟੈਂਸ ਕੀ ਹੁੰਦਾ ਗਾ? ਜਿਸ ਦੇ ਵਿੱਚ ਤੁਸੀਂ ਇੱਕ A ਕਲਾਸ ਨੂੰ ਇੱਕ ਤੋਂ ਵੱਧ ਕਲਾਸਿਸ ਇਨਹੈਰਿਟ ਕਰ ਰਹੀਆਂ ਜੇ, ਉਹ ਹੋਊਗਾ ਤੁਹਾਡਾ ਹਾਇਰਾਰਕੀਕਲ ਇਨਹੈਰੀਟੈਂਸ। ਤਾਂ ਅਸੀਂ ਇਹਨਾਂ ਦੀ ਐਗਜ਼ਾਮਪਲ ਨਾਲ ਹੀ ਦੇਖਦੇ, ਥਿਊਰੀ ਤੁਸੀਂ ਆਪਣੇ ਕੋਲ ਥੋੜ੍ਹੀ ਥੋੜ੍ਹੀ ਇਹਨਾਂ ਦੀ ਨਾਲ ਕਵਰ ਕਰੋਗੇ। ਤਾਂ ਹੁਣ ਸਾਡੇ ਕੋਲ ਆ ਰਹੀ ਹੈ ਸਾਡੀ ਨੈਕਸਟ ਟਾਈਪ ਹਾਇਰਾਰਕੀਕਲ ਇਨਹੈਰੀਟੈਂਸ। ਇਸ ਦੇ ਵਿੱਚ ਅਸੀਂ ਇੱਕ ਬੇਸ ਕਲਾਸ ਬਣਾਈ, ਠੀਕ ਹੈ, ਜਿਸ ਦੇ ਵਿੱਚ ਅਸੀਂ ਜਸਟ ਇੱਕ ਸ਼ੋ ਬੇਸ, ਮੈਂ ਈਜ਼ੀ ਕਰਨ ਦੇ ਲਈ ਸੌਖਾ ਹੀ ਪ੍ਰੋਗਰਾਮ ਬਣਾ ਕੇ ਦਿਖਾ ਰਹੀ ਹਾਂ ਤੁਹਾਨੂੰ, ਸਿਰਫ ਕਨਸੈਪਟ ਨੂੰ ਐਕਸਪਲੇਨ ਕਰ ਲਈ। ਅਸੀਂ ਸ਼ੋ ਬੇਸ ਨਾਮ ਦਾ ਇੱਕ ਫੰਕਸ਼ਨ ਬਣਾ ਲਿਆ, ਜਿਸ ਵਿੱਚ ਜਸਟ ਇੱਕ ਮੈਸੇਜ ਬਣਾ ਕੇ ਪ੍ਰਿੰਟ ਕੀਤਾ, ਇਟਸ ਬੇਸ ਕਲਾਸ ਫੰਕਸ਼ਨ। ਫਿਰ ਨੀਚੇ ਅਸੀਂ ਇੱਕ ਸਬ ਕਲਾਸ 1 ਦੇ ਨਾਮ ਤੇ ਕਲਾਸ ਬਣਾਈ, ਜਿਹੜੀ ਕਿ ਐਕਸਟੈਂਡ ਕਰ ਰਹੀ ਹੈ ਬੇਸ ਕਲਾਸ ਨੂੰ, ਯਾਨੀ ਕਿ ਉਹਨੂੰ ਇਨਹੈਰਿਟ ਕਰ ਰਹੀ ਹੈ। ਇਹਨੇ ਵੀ ਆਪਣਾ ਇੱਕ ਫੰਕਸ਼ਨ ਬਣਾਇਆ ਸ਼ੋ ਸਬ 1 ਦੇ ਨਾਮ ਤੇ ਨਾਲ ਹੀ ਇਹਨੇ ਵੀ SOP ਕਰਕੇ ਦਿਖਾਤੇ, ਇੱਕ ਵੈਲਿਊ ਮਤਲਬ ਵੈਸੇ ਕਿ ਮੈਸੇਜ ਪ੍ਰਿੰਟ ਕੀਤਾ, ਇਟਸ ਸਬ 1 ਕਲਾਸ। ਫਿਰ ਇੱਕ ਹੋਰ ਕਲਾਸ ਬਣਾਈ ਸਬ 2, ਉਹਨੇ ਵੀ ਬੇਸ ਕਲਾਸ ਨੂੰ ਹੀ ਇਨਹੈਰਿਟ ਕੀਤਾ, ਸਬ 2 ਨੇ ਵੀ ਬੇਸ ਨੂੰ ਹੀ ਇਨਹੈਰਿਟ ਕੀਤਾ, ਤੇ ਇਹਨੇ ਵੀ ਨਾਲ ਆਪਣਾ ਇੱਕ ਫੰਕਸ਼ਨ ਸ਼ੋ ਸਬ 2 ਬਣਾਇਆ ਤੇ ਆਪਣਾ ਇੱਕ ਮੈਸੇਜ ਪ੍ਰਿੰਟ ਕਰਕੇ ਦਿਖਾਤਾ। ਨੀਚੇ ਅਸੀਂ ਕਲਾਸ ਬਣਾਈ ਮੇਨ। ਇੱਥੇ ਇੱਕ ਚੀਜ਼ ਜ਼ਰੂਰ ਨੋਟ ਕਰੋ ਬੇਟਾ, ਮੈਂ ਮੇਨ ਵਰਡ ਯੂਜ਼ ਜ਼ਰੂਰ ਇੱਥੇ, ਵੇਟ, ਇੱਥੇ ਤੁਹਾਡੇ ਗੋਲ ਬ੍ਰੈਕਟ ਨਹੀਂ ਆਉਣਗੇ, ਸਿਰਫ ਕਲਾਸ ਦਾ ਨਾਮ ਹੈ।
ਮੇਨ ਮੈਂ ਮੇਨ ਵਰਡ ਯੂਜ਼ ਜ਼ਰੂਰ ਕੀਤਾ, ਬਟ ਆ ਜਿਹੜਾ ਮੇਨ ਫੰਕਸ਼ਨ ਹੁੰਦਾ ਆਪਣਾ, ਇਹਦੇ 'ਚ ਹਮੇਸ਼ਾ ਮੇਨ ਦਾ ਜਿਹੜਾ ਲੈਟਰ ਹੈ ਐਮ ਸਮੋਲ ਰਹਿੰਦਾ। ਇੱਥੇ ਮੈਂ ਕੈਪੀਟਲ ਯੂਜ਼ ਕੀਤਾ, ਤੁਸੀਂ ਕਰ ਸਕਦੇ ਹੋ, ਜਾਂ ਤੁਸੀਂ ਨਾਮ ਹੀ ਇਹਦਾ ਕੋਈ ਅਲੱਗ ਤੋਂ ਹੋਰ ਰੱਖੋ। ਠੀਕ ਹੈ, ਸਪੋਜ਼ ਕਰੋ ਆਪਣੀ ਕਲਾਸ ਦਾ ਕੋਈ ਨਾਮ CDF ਕੁਛ ਵੀ ਹੈ, ਉਸ ਦੇ ਵਿੱਚ ਆਪਾਂ ਮੇਨ ਫੰਕਸ਼ਨ ਬਣਾਇਆ। ਠੀਕ ਹੈ, ਤੇ ਮੇਨ ਫੰਕਸ਼ਨ ਦੇ ਵਿੱਚ ਮੈਂ ਜਿਹੜੀਆਂ ਮੇਰੀਆਂ 2 ਸਬ ਕਲਾਸਿਸ ਨੇ, ਕਿਹੜੀਆਂ 2 ਸਬ ਕਲਾਸਿਸ ਨੇ ਮੇਰੀਆਂ, ਸਬ 1 ਤੇ ਸਬ 2, ਕਿਉਂਕਿ ਦੋਨਾਂ ਨੇ ਹੀ ਐਕਸਟੈਂਡ ਕੀਤਾ ਹੋਇਆ ਸੀ ਬੇਸ ਕਲਾਸ ਨੂੰ। ਤੇ ਮੈਂ ਇਹਨਾਂ ਦੋਨਾਂ ਕਲਾਸਿਸ ਦੇ ਆਬਜੈਕਟ ਬਣਾ ਕੇ S1 ਤੇ S2 ਉਹਨਾਂ ਦੇ ਨਾਲ ਇੱਕ ਤਾਂ ਬੇਸ ਕਲਾਸ ਦਾ ਫੰਕਸ਼ਨ, ਇੱਕ ਇਹਨਾਂ ਦੇ ਆਪ ਦੇ ਫੰਕਸ਼ਨਸ ਇਨਹੈਰਿਟ ਕਰਕੇ ਦਿਖਾਏ ਨੇ, ਮਤਲਬ ਉਹਨਾਂ ਨੂੰ ਕਾਲ ਕਰਕੇ ਦਿਖਾਇਆ ਤਾਂ ਉਹ ਫੰਕਸ਼ਨ ਐਗਜ਼ੀਕਿਊਟ ਹੋ ਜਾਣਗੇ। ਤਾਂ ਇੱਥੇ ਅਸੀਂ ਕੀ ਦੇਖਿਆ ਸੀ ਐਗਜ਼ਾਮਪਲ ਦੇ ਵਿੱਚ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਬੇਸ ਕਲਾਸ ਨੂੰ ਬਣਾਇਆ ਜਿਸ ਨੂੰ ਕਿ 2 ਕਲਾਸਿਸ ਨੇ ਇਨਹੈਰਿਟ ਕੀਤਾ। ਠੀਕ ਹੈ, ਤੇ ਇਹ 2 ਕਲਾਸਿਸ ਦੇ ਆਬਜੈਕਟ ਦੇ ਨਾਲ ਅਸੀਂ ਇਹਦੇ ਖੁਦ ਦੇ ਫੰਕਸ਼ਨ ਤੇ ਬੇਸ ਦੇ ਫੰਕਸ਼ਨ ਨੂੰ ਐਗਜ਼ੀਕਿਊਟ ਕਰਕੇ ਦਿਖਾਇਆ। ਇਸ ਕਲਾਸ ਦੇ ਆਬਜੈਕਟ ਨਾਲ ਅਸੀਂ ਇਸਦੇ ਖੁਦ ਦੇ ਫੰਕਸ਼ਨ ਤੇ ਬੇਸ ਕਲਾਸ ਨੂੰ ਐਗਜ਼ੀਕਿਊਟ ਕਰਕੇ ਦਿਖਾਇਆ ਗਾ। ਤਾਂ ਇਹ ਹੋ ਗਈ ਸਾਡੀ ਹਾਇਰਾਰਕੀਕਲ ਇਨਹੈਰੀਟੈਂਸ। ਦੈਨ ਨੈਕਸਟ ਆ ਰਿਹਾ ਸਾਡਾ ਮਲਟੀ ਲੈਵਲ ਇਨਹੈਰੀਟੈਂਸ। ਮਲਟੀ ਲੈਵਲ ਇਨਹੈਰੀਟੈਂਸ ਕਿੱਦਾਂ ਹੋਊਗੀ, ਜਿੱਦਾਂ A ਨੂੰ ਇਨਹੈਰਿਟ ਕੀਤਾ B ਨੇ ਤੇ B ਨੂੰ ਇਨਹੈਰਿਟ ਕੀਤਾ ਫਰਦਰ C ਨੇ। ਤਾਂ ਇਸ ਲਈ ਵੀ ਅਸੀਂ ਇੱਕ ਸਿੰਪਲ ਜਾਂ ਲੌਜਿਕ ਦੇਖਣ ਦੇ ਲਈ ਅਸੀਂ ਕਲਾਸ ਬਣਾਈ ਕਲਾਸ A, ਜਿਸ ਦੇ ਵਿੱਚ ਕਿ ਅਸੀਂ ਸ਼ੋ A ਨਾਮ ਦਾ ਇੱਕ ਫੰਕਸ਼ਨ ਬਣਾਇਆ ਗਾ। ਤੇ ਅਸੀਂ ਜਸਟ ਇੱਕ ਮੈਸੇਜ ਪ੍ਰਿੰਟ ਕਰਕੇ ਦਿਖਾ ਰਹੇ ਹਾਂ A ਕਲਾਸ, SOP ਮਤਲਬ system.out.println A ਕਲਾਸ ਅਸੀਂ ਪ੍ਰਿੰਟ ਕਰਵਾਇਆ। ਫਿਰ ਇੱਦਾਂ ਹੀ ਅਸੀਂ ਨੀਚੇ ਇੱਕ ਹੋਰ ਕਲਾਸ ਬਣਾਈ ਹੈ B ਕਲਾਸ, ਜਿਹੜੀ ਕਿ A ਨੂੰ ਇਨਹੈਰਿਟ ਕਰ ਰਹੀ ਹੈ, ਤੇ ਨਾਲ ਹੀ ਆਪਣਾ ਉਹਨੇ ਇੱਕ ਫੰਕਸ਼ਨ ਸ਼ੋ B ਬਣਾਇਆ ਤੇ ਆਪਣਾ ਮੈਸੇਜ ਸ਼ੋ B ਕਲਾਸ ਇੱਦਾਂ ਪ੍ਰਿੰਟ ਕਰਕੇ ਦਿਖਾਤਾ। ਤੁਸੀਂ ਇਸ ਦੀ ਜਗ੍ਹਾ ਕੁਝ ਵੀ ਕਰਕੇ ਦਿਖਾ ਸਕਦੇ ਹੋ। ਫਿਰ ਇੱਕ ਹੋਰ ਕਲਾਸ ਬਣਾਈ ਕਲਾਸ C, ਉਹਨੇ ਐਕਸਟੈਂਡ ਕੀਤਾ B ਕਲਾਸ ਨੂੰ, A ਨੂੰ ਇਨਹੈਰਿਟ ਕੀਤਾ B ਨੇ ਤੇ B ਨੂੰ ਇਨਹੈਰਿਟ ਕੀਤਾ C ਨੇ। ਨਾਲ ਹੀ ਉਸਨੇ ਵੀ ਆਪਣਾ ਇੱਕ ਫੰਕਸ਼ਨ ਸ਼ੋ C ਨਾਮ ਦਾ ਜਿਹੜਾ ਇੱਕ ਫੰਕਸ਼ਨ ਉਹ ਬਣਾਇਆ ਤੇ ਮੈਸੇਜ ਪ੍ਰਿੰਟ C ਕਲਾਸ ਪ੍ਰਿੰਟ ਕਰਕੇ ਦਿਖਾਤਾ। ਫਿਰ ਅਸੀਂ ਇੱਕ ਹੋਰ ਕਲਾਸ ਬਣਾਈ ਮੇਨ ਕਲਾਸ, M ਕੈਪੀਟਲ ਰਹੂਗਾ, ਇੱਥੇ ਡਬਲ ਕੋਟੇਸ਼ਨਸ ਨਹੀਂ ਪਾਉਂਗੇ ਬੇਟਾ, ਮੇਰੇ ਤੋਂ ਬਾਈ ਮਿਸਟੇਕ ਪੈ ਗਈ। ਤਾਂ ਤੁਸੀਂ M ਕੈਪੀਟਲ ਹੀ ਰੱਖੋਗੇ ਜਾਂ ਇਸ ਦੀ ਜਗ੍ਹਾ ਨਾਮ ਹੀ ਹੋਰ ਰੱਖੋ। ਤਾਂ ਉਸ ਦੇ ਵਿੱਚ ਮੇਨ ਫੰਕਸ਼ਨ ਦੇ ਵਿੱਚ ਅਸੀਂ C ਕਲਾਸ ਦਾ ਆਬਜੈਕਟ ਬਣਾਇਆ। ਹੁਣ ਦੇਖੋ A ਨੂੰ B ਨੇ ਇਨਹੈਰਿਟ ਕੀਤਾ, B ਨੂੰ C ਨੇ ਇਨਹੈਰਿਟ ਕੀਤਾ, ਇੰਡਾਇਰੈਕਟਲੀ C ਦੋਨਾਂ ਨੂੰ ਇਨਹੈਰਿਟ ਕਰੀ ਬੈਠੀ ਹੈ ਨਾ। ਤਾਂ ਅਸੀਂ C ਦੇ ਆਬਜੈਕਟ ਨਾਲ C ਦੇ ਆਪਣੇ ਫੰਕਸ਼ਨ ਪਲੱਸ B ਦੇ ਫੰਕਸ਼ਨ ਪਲੱਸ A ਦੇ ਫੰਕਸ਼ਨਸ ਨੂੰ ਕਾਲ ਕਰਕੇ ਦਿਖਾ ਦਿਆਂਗੇ। ਇਹ ਤਾਂ ਹੋਊਗੀ ਸਾਡੀ ਮਲਟੀ ਲੈਵਲ ਇਨਹੈਰੀਟੈਂਸ। ਤਾਂ ਅਸੀਂ C ਕਲਾਸ ਦਾ ਆਬਜੈਕਟ C1 ਬਣਾਇਆ ਤੇ ਫਿਰ C1 ਦੇ ਆਬਜੈਕਟ ਨਾਲ A ਦੇ ਫੰਕਸ਼ਨ ਨੂੰ, B ਦੇ ਫੰਕਸ਼ਨ ਨੂੰ ਤੇ C ਦੇ ਫੰਕਸ਼ਨ ਨੂੰ, ਤਿੰਨਾਂ ਨੂੰ ਅਸੀਂ ਕਾਲ ਕਰਕੇ ਦਿਖਾਤਾ। ਇਹ ਹੋ ਗਈ ਸਾਡੀ ਮਲਟੀ ਲੈਵਲ ਇਨਹੈਰੀਟੈਂਸ। ਤਾਂ ਇੱਥੋਂ ਤੱਕ ਇਹ ਸੀ ਸਾਡਾ ਟੌਪਿਕ ਇਨਹੈਰੀਟੈਂਸ, ਜਿਸ ਦੇ ਵਿੱਚ ਇੱਕ ਕਲਾਸ ਦੇ ਫੰਕਸ਼ਨਸ ਨੂੰ, ਮੈਂਬਰਸ ਨੂੰ ਜਾਂ ਡਾਟਾ ਨੂੰ ਦੂਜੀ ਕਲਾਸ ਯੂਜ਼ ਕਰਦੀ ਹੈ ਵਿਦਾਊਟ ਰੀਡਿਫਾਈਨਿੰਗ ਇਟ। ਤਾਂ ਇਹ ਸੀ ਸਾਡਾ ਸਾਰਾ ਟੌਪਿਕ ਇਨਹੈਰੀਟੈਂਸ। ਇਨਹੈਰੀਟੈਂਸ ਊਪ ਦਾ ਬੜਾ ਮੇਨ ਫੀਚਰ ਹੈ। ਤੇ ਇਨਹੈਰੀਟੈਂਸ ਸਾਨੂੰ ਕੀ ਕਰਵਾ ਰਿਹਾ, ਰੀਯੂਜ਼ੇਬਿਲਟੀ ਹੀ ਕਰਵਾ ਰਿਹਾ ਸਾਡਾ ਟੌਪਿਕ ਇਨਹੈਰੀਟੈਂਸ।